ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਡਾਕਟਰ ਕਰਨ ਹਸਪੀਟਲ, ਧੂਰੀ ਰੋਡ ਸਾਹਮਣੇ ਮਹਿਲ ਮੁਬਾਰਕ ਗੁਰਦੁਆਰਾ ਸਾਹਿਬ ਸੰਗਰੂਰ। ਇਸ ਦੇ ਨਾਲ ਡਾਕਟਰ ਕਰਨ ਹਸਪੀਟਲ ਸ਼ੇਰਪੁਰ ਧੂਰੀ ਰੋਡ ਸਾਹਮਣੇ ਬੱਸ ਸਟੈਂਡ ਵਿਖੇ ਵੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਡਾਕਟਰ ਕਰਨ ਹਸਪੀਟਲ ਸੰਗਰੂਰ ਜ਼ਿਲ੍ਹੇ ਦਾ ਪਹਿਲਾ ਸ਼ਾਹ ਸੂਤਰ ਨਾਲ ਇਲਾਜ ਕਰਨ ਵਾਲਾ ਹਸਪਤਾਲ ਹੈ। ਇਸ ਹਸਪਤਾਲ ਦੇ ਵਿੱਚ ਬਵਾਸੀਰ, ਪਗੰਦਰ, ਚਮੜੀ ਰੋਗ, ਗੁਰਦੇ ਦੀ ਪੱਥਰੀ, ਜਨਰਲ ਰੋਗ ਹਰੇਕ ਦਾ ਇਲਾਜ ਕੀਤਾ ਜਾਂਦਾ ਹੈ। ਇੱਥੇ ਬਵਾਸੀਰ, ਗੁਦਚੀਰ ਅਤੇ ਪਗੰਦਰ ਦਾ ਆਪਰੇਸ਼ਨ ਸ਼ਾਹ ਸੂਤਰ ਨਾਲ ਕੀਤਾ ਜਾਂਦਾ ਹੈ। ਸਾਡੀ ਟੀਮ ਨੇ ਡਾਕਟਰ ਕਰਨ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਇਸ ਹਸਪਤਾਲ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੱਕ ਐਸੇ ਡਾਕਟਰ ਦੇ ਕੋਲੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਨਿਜਾਤ ਦਿਵਾ ਰਿਹਾ ਬਵਾਸੀਰ ਵਰਗੀ ਨਾਮਰਦ ਬਿਮਾਰੀ ਤੋਂ। ਉਹਦੇ ਨਾਲ ਬੱਚਿਆਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਔਰ ਹੋਰ ਜਿਹੜੀਆਂ ਜਨਰਲ ਬਿਮਾਰੀਆਂ ਦੇ ਨਾਲ ਲੋਕ ਨਿਜਾਤ ਪਾ ਰਹੇ ਨੇ ਡਾਕਟਰ ਸਾਹਿਬ ਤੋਂ। ਸਾਡੀ ਮੁਰਾਦ ਹੈ ਡਾਕਟਰ ਕਰਨਵੀਰ ਸਿੰਘ ਜੀ ਦੇ ਨਾਲ, ਜਿਨ੍ਹਾਂ ਦਾ ਇੱਕ ਹਸਪੀਟਲ ਸੰਗਰੂਰ ਵਿਖੇ ਸ਼ੇਰਪੁਰਾ ਵਿਖੇ ਹੈਗਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਜੀ। ਡਾਕਟਰ ਸਾਹਿਬ, ਬਵਾਸੀਰ ਇੱਕ ਐਸਾ ਨਾਮ ਜਿਹੜਾ ਨਾਮ ਤਾਂ ਬੜਾ ਛੋਟਾ ਜਿਹਾ, ਔਰ ਲੋਕ ਜਿਹੜੇ ਹੈਗੇ ਜਦੋਂ ਇਹਦੇ ਨਾਲ ਗ੍ਰਸਤ ਹੋ ਜਾਂਦੇ ਆ ਤਾਂ ਇੱਕ ਜ਼ਿੰਦਗੀ ਨਰਕ ਬਣ ਜਾਂਦੀ ਹੈ। ਕੀ ਕਹਿਣਾ ਚਾਹੋਗੇ? ਖਾਣ ਪੀਣਾ ਉਹਨਾਂ ਨੂੰ ਔਖਾ ਲੱਗਣ ਲੱਗ ਜਾਂਦਾ, ਬੈਠਣਾ ਉਹਨਾਂ ਨੂੰ ਔਖਾ ਲੱਗਣ ਲੱਗ ਜਾਂਦਾ, ਹਾਜ਼ਤ ਹੁੰਦੀ ਰਹਿੰਦੀ ਸਾਰਾ ਦਿਨ, ਔਰ ਉਹ ਨਾ ਹੀ ਕਿਸੇ ਨੂੰ ਦਰਦ ਦੱਸ ਸਕਦੇ ਆ, ਕਿਉਂਕਿ ਜਦੋਂ ਬੰਦੇ ਨੇ ਦਿਖਾਣੀ ਆ ਬਵਾਸੀਰ ਤੇ ਉਹ ਇੱਕ ਆਮ ਡਾਕਟਰ ਨੂੰ, ਕੁਆਲੀਫਾਈਡ ਡਾਕਟਰ ਨੂੰ, ਜਿਨ੍ਹਾਂ ਨੂੰ ਬਵਾਸੀਰ ਦੀ ਨੌਲੇਜ ਹੈ, ਉਹਨਾਂ ਨੂੰ ਦਿਖਾ ਸਕਦਾ। ਬੜੀ ਪ੍ਰੋਬਲਮ ਹੁੰਦੀ ਹੈ। ਲੋਕ ਕੀ ਕਹਿਣਾ ਚਾਹੋਗੇ? ਦੇਖੋ, ਓਬਵੀਅਸਲੀ ਬਹੁਤ ਹੀ ਜ਼ਿਆਦਾ ਗੰਭੀਰ ਸਮੱਸਿਆ ਹੁੰਦੀ ਹੈ ਬਵਾਸੀਰ ਦੀ। ਇਸ ਦੇ ਵਿੱਚ ਇਹ ਵੀ ਹੈ ਕਿ ਜਿੱਦਾਂ ਬਵਾਸੀਰ ਇੱਕ ਟਰਮ ਹੈ, ਇੱਕ ਸਪੈਸੀਫਿਕ ਬਿਮਾਰੀ ਦਾ ਨਾਮ ਹੈ, ਬਟ ਜੋ ਪੇਸ਼ੈਂਟ ਹੁੰਦਾ ਹੈ ਉਹ ਸਿਰਫ ਔਰ ਸਿਰਫ ਬਵਾਸੀਰ ਅਕਸ਼ਰ ਨੂੰ ਹੀ ਜਾਣਦਾ ਹੈ। ਇਹ ਜੋ ਗੁਦਾ ਸੰਬੰਧਿਤ ਰੋਗ ਹੁੰਦੇ ਹਨ, ਇਹ 3-4 ਤਰ੍ਹਾਂ ਦੇ ਮੇਨ ਹੁੰਦੇ ਹਨ, ਜਿੱਦਾਂ ਕਿ ਪਾਈਲਸ ਕਹਿੰਦੇ ਆ, ਬਵਾਸੀਰ, ਗੁਦਚੀਰ, ਫਿਸ਼ਰ ਹੁੰਦਾ ਔਰ ਪਗੰਦਰ। ਇਹ 3 ਬਹੁਤ ਹੀ ਜ਼ਿਆਦਾ ਪਾਏ ਜਾਂਦੇ ਹਨ। ਔਰ ਇਸ ਤੋਂ ਵੱਖਰਾ ਐਕਸਟਰਨਲ ਥ੍ਰੋਮਬੋਜ਼ਡ ਪਾਈਲਸ ਹੁੰਦਾ, ਜਿਨ੍ਹਾਂ ਨੂੰ ਬਾਹਰੀ ਮੱਸੇ ਕਹਿ ਦਿੰਦੇ ਆ, ਸੁੱਕੇ ਬਾਦੀ ਮੱਸੇ ਕਹਿ ਦਿੰਦੇ ਆ। ਔਰ ਪਾਈਲੋਨੀਡਲ ਸਾਈਨਸ ਵੀ ਇਸ ਦੇ ਵਿੱਚ ਇਨਕਲੂਡਿੰਗ ਹੁੰਦਾ। ਔਰ ਕਾਰਸੀਨੋਮਾ ਵਰਗੀ ਭਿਆਨਕ ਬਿਮਾਰੀ ਵੀ ਗੁਦਾ ਦੇ ਨਾਲ ਸੰਬੰਧਿਤ ਹੁੰਦੀ ਹੈ। ਔਰ ਬਟ ਜੋ ਪੇਸ਼ੈਂਟ ਹੁੰਦਾ ਹੈ ਉਹ ਸਿਰਫ ਔਰ ਸਿਰਫ ਬਵਾਸੀਰ ਨੂੰ ਹੀ ਜਾਣਦਾ ਹੈ। ਮੈਕਸੀਮਮ 80% ਜੋ ਪੇਸ਼ੈਂਟ ਹੁੰਦਾ ਹੈ ਉਹ ਗੁਦਚੀਰ ਨਾਮ ਦੀ ਬਿਮਾਰੀ ਤੋਂ ਪ੍ਰਭਾਵਿਤ ਹੁੰਦਾ ਹੈ, ਜ਼ਿਆਦਾਤਰ ਯੰਗ ਏਜ ਦੇ ਵਿੱਚ ਗੁਦਚੀਰ ਤੋਂ ਪ੍ਰਭਾਵਿਤ ਹੁੰਦਾ ਹੈ। ਔਰ ਸਭ ਤੋਂ ਵੱਧ ਦਰਦ ਔਰ ਤਕਲੀਫ, ਬੈਠਣ ਦੇ ਵਿੱਚ ਪ੍ਰੋਬਲਮ ਜੋ ਵੀ ਹੁੰਦੀ ਹੈ ਉਹ ਇਸੇ ਬਿਮਾਰੀ ਦੇ ਵਿੱਚ ਹੁੰਦੀ ਹੈ। ਐਨਲ ਫਿਸ਼ਰ ਕਹਿੰਦੇ ਹੈ ਇਹਨੂੰ, ਹੈ ਨਾ। ਅਤੇ ਬਹੁਤ ਹੀ ਲੋਕਾਂ ਨੂੰ ਇਹ ਜਿੱਦਾਂ ਯੰਗ ਏਜ ਦੇ ਵਿੱਚ ਵੀ ਹੁੰਦੀ ਹੈ, ਗਲਤ ਖਾਣ ਪੀਣ, ਗਲਤ ਤੌਰ ਤਰੀਕੇ ਦੇ ਨਾਲ ਹੁੰਦੀ ਹੈ। ਔਰ ਮਾਤਾਵਾਂ ਨੂੰ, ਭੈਣਾਂ ਨੂੰ ਡਿਲੀਵਰੀ ਤੋਂ ਬਾਅਦ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਈਲਸ ਵੀ ਉਹਨਾਂ ਨੂੰ ਡਿਲੀਵਰੀ ਤੋਂ ਬਾਅਦ ਕਾਫੀ ਹੁੰਦੀ ਹੈ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਕਾਰਸੀਨੋਮਾ ਮਤਲਬ ਕੈਂਸਰ ਤੱਕ ਜਿਹੜੇ ਬਵਾਸੀਰ ਦਾ ਰੂਪ ਧਾਰਨ ਕਰ ਜਾਂਦੀ ਹੈ, ਬਵਾਸੀਰ ਆਪਦਾ ਰੂਪ ਨੂੰ ਗਾਂਹ ਕਰਕੇ। ਔਰ ਜਿੱਦਾਂ ਦੱਸਿਆ ਕਿ 3 ਤਰ੍ਹਾਂ ਦੀ ਬਵਾਸੀਰ ਹੈ। ਇੱਕ ਤਾਂ ਬਵਾਸੀਰ ਨੂੰ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਜਿੱਦਾਂ ਤੁਸੀਂ ਕਿਹਾ ਕਿ ਉਹ ਇੱਕ ਆਪਣੀ ਨਾਮਰਦ ਬਿਮਾਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਨਸੂੜ ਬਣ ਜਾਂਦੀ ਹੈਗੀ ਆ, ਪਗੰਦਰ। ਔਰ ਉਸ ਤੋਂ ਬਾਅਦ ਤੁਸੀਂ ਇੱਕ ਦੱਸਿਆ ਕਿ ਐਨਲ ਫਿਸ਼ਰ ਜਿਹੜਾ ਹੈਗਾ, ਤੇ ਔਰ ਪਾਈਲ ਦਾ ਜਿਹੜਾ ਦੱਸਿਆ ਕਿ ਇੱਕ ਕਈ ਵਾਰੀ ਬਾਦੀ ਮਤਲਬ ਜਿਨ੍ਹਾਂ ਦਾ ਬਾਹਰ ਹੀ ਐਕਸਟਰਨਲ ਹੁੰਦੀਆਂ ਉਹ ਵੀ ਰੂਪ ਮਤਲਬ ਹੁੰਦੀ ਆ। ਪਰ ਡਾਕਟਰ, ਇੱਕ ਗੱਲ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਆਪਰੇਸ਼ਨ ਕਰਾਉਂਦੇ ਆ ਲੋਕ, ਆਪਰੇਸ਼ਨ ਕਰਾਉਣ ਤੋਂ ਬਾਅਦ ਦੇ ਵਿੱਚ ਦੁਬਾਰਾ ਤੋਂ ਬਵਾਸੀਰ ਜਿਹੜੀ ਹੋ ਜਾਂਦੀ ਆ, ਔਰ ਤੁਹਾਡੇ ਕੋਲ ਆਯੁਰਵੈਦਿਕ ਦੇ ਵਿੱਚ ਇੱਕ ਐਸੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਬੰਦਾ ਇੱਕ ਵਾਰੀ ਜਦੋਂ ਬਵਾਸੀਰ ਦਾ ਨਿਜਾਤ ਪਾ ਲੈਂਦਾ ਤਾਂ ਉਦੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਉਂਦੀ? ਹਾਂਜੀ, ਦੇਖੋ, ਬਹੁਤ ਹੀ ਜ਼ਿਆਦਾ ਸੋਹਣਾ ਕੁਐਸਚਨ ਹੈ ਤੁਹਾਡਾ ਕਿ ਇੱਕ ਵਾਰ ਆਪਰੇਟ ਤੋਂ ਬਾਅਦ ਜਾਂ ਫਿਰ ਇਲਾਜ ਤੋਂ ਬਾਅਦ ਪੇਸ਼ੈਂਟ ਨੂੰ ਬਾਰ-ਬਾਰ ਇਹ ਪ੍ਰੋਬਲਮ ਆਉਂਦੀ ਹੈ। ਬਾਰ-ਬਾਰ ਜੋ ਇਹ ਬਵਾਸੀਰ ਦੀ ਬਿਮਾਰੀ ਹੁੰਦੀ ਹੈ, ਇਹਦਾ ਹੋਣ ਦਾ ਕਾਰਨ ਇਲਾਜ ਤੋਂ ਉਪਰੰਤ ਇਹ ਹੈ ਕਿ ਗਲਤ ਤੌਰ ਤਰੀਕੇ, ਗਲਤ ਖਾਣਾ ਪੀਣਾ, ਔਰ ਜੋ ਵੀ ਇੰਸਟਰਕਸ਼ਨਸ ਡਾਕਟਰ ਦੁਆਰਾ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਚੰਗੀ ਤਰ੍ਹਾਂ ਪਾਲਣਾ ਨਾ ਹੋਣਾ। ਇਸ ਕਰਕੇ, ਕਿਉਂਕਿ ਦੇਖੋ, ਕੋਈ ਵੀ ਬਿਮਾਰੀ ਦੇਖ ਲਓ, ਕੋਈ ਵੀ ਬਿਮਾਰੀ ਆਪਰੇਟਿਵ ਹੋਵੇ ਜਾਂ ਤੇ ਫਿਰ ਨੌਨ ਆਪਰੇਟਿਵ ਹੋਵੇ, ਉਹ ਜੇਕਰ ਪੇਸ਼ੈਂਟ ਆਪਣਾ ਧਿਆਨ ਨਹੀਂ ਰੱਖਦਾ, ਆਪਣੇ ਲਾਈਫ ਸਟਾਈਲ ਪ੍ਰਤੀ ਉਹ ਜਾਗਰੂਕ ਨਹੀਂ ਹੈਗਾ, ਖਾਣ ਪੀਣ ਬਾਰੇ ਉਹਨੂੰ ਨਹੀਂ ਨੌਲੇਜ ਹੈਗੀ, ਤਾਂ ਉਹਨੂੰ ਕੋਈ ਵੀ ਸਮੱਸਿਆ ਫਿਰ ਤੋਂ ਹੋ ਜਾਂਦੀ ਹੈ। ਫੋਰ ਐਗਜ਼ਾਮਪਲ,
ਗੁਰਦੇ ਦੀ ਪੱਥਰੀ ਹੁੰਦੀ ਹੈ ਪੇਸ਼ੈਂਟ ਨੂੰ, ਵੱਡੀ ਗੁਰਦੇ ਦੀ ਪੱਥਰੀ ਪਾਈਪ ਦੇ ਵਿੱਚ ਹੋ ਜਾਂਦੀ ਹੈ ਤਾਂ ਉਹਨੂੰ ਆਪਰੇਸ਼ਨ ਕਰਕੇ ਕੱਢ ਦਿੰਦੇ ਡਾਕਟਰ ਸਾਹਿਬ, ਹੈ ਨਾ। ਉਸ ਤੋਂ ਬਾਅਦ ਰੀਅਕਰੈਂਸ ਫਿਰ ਹੋ ਜਾਂਦਾ, ਹਰਨੀਆ ਦਾ ਰੀਅਕਰੈਂਸ ਹੋ ਜਾਂਦਾ। ਈਵਨ ਕਿ ਹਾਰਟ ਦੇ ਆਪਰੇਟ ਕਰਵਾਉਂਦੇ ਆ ਲੋਕੀ, ਜੇਕਰ ਉਹ ਆਪਣਾ ਤੌਰ ਤਰੀਕਾ ਜੀਵਨ ਸ਼ੈਲੀ ਦੇ ਵਿੱਚ ਪਰਿਵਰਤਨ ਨਹੀਂ ਕਰਦੇ ਤਾਂ ਉਹਨਾਂ ਨੂੰ ਕੱਲੀ ਬਵਾਸੀਰ ਹੀ ਨਹੀਂ ਕੋਈ ਵੀ ਬਿਮਾਰੀ ਹੋ ਸਕਦੀ ਹੈ। ਦਰਸ਼ਕੋ, ਆਪਾਂ ਬਣੇ ਹੋਏ ਹਾਂ ਡਾਕਟਰ ਕਰਨ ਜੀ ਦੇ ਨਾਲ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਨਹੀਂ ਕਿ ਤੁਸੀਂ ਬਵਾਸੀਰ ਦਾ ਆਪਰੇਸ਼ਨ ਕਰਾ ਲਿਆ ਤਾਂ ਨਜ਼ਾਤ ਪਾ ਲਈ ਤਾਂ ਤੁਸੀਂ ਪਤਾ ਨਹੀਂ ਕੋਈ ਪਹਾੜ ਜਿੱਤ ਲਿਆ। ਉਸ ਤੋਂ ਬਾਅਦ ਵੀ ਤੁਹਾਨੂੰ ਮਿਰਚ ਮਸਾਲੇ, ਤੁਹਾਨੂੰ ਤਲੀਆਂ ਚੀਜ਼ਾਂ, ਤੁਹਾਨੂੰ ਜ਼ਿਆਦਾ ਉਹੋ ਜਿਹੀਆਂ ਚੀਜ਼ਾਂ ਜਿਹਦੇ 'ਚ ਬੇਕਰੀ ਦੀਆਂ ਪ੍ਰੋਡਕਟਸ ਹੈਗੇ ਆ, ਉਹਨਾਂ ਤੋਂ ਫਿਰ ਵੀ ਬਚਣਾ ਪਊਗਾ। ਤੁਹਾਨੂੰ ਫਿਰ ਵੀ ਲਾਈਫ ਸਟਾਈਲ, ਜਿੱਦਾਂ ਡਾਕਟਰ ਸਾਹਿਬ ਕਹਿ ਰਹੇ ਆ ਕਿ ਜਦੋਂ ਆਪਾਂ ਬਵਾਸੀਰ ਦਾ ਆਪਰੇਸ਼ਨ ਕਰਾ ਲਿਆ ਉਸ ਤੋਂ ਬਾਅਦ 'ਚ ਵੀ ਫੋਲੋ ਕਰਨਾ ਪਊ ਚਾਰਟ। ਜਿੱਦਾਂ ਤੁਸੀਂ ਇੱਕ ਵਾਰੀ ਬਚ ਗਏ ਲੇਕਿਨ ਬਾਅਦ 'ਚ ਰੀਅਕਰੈਂਸ ਹੁੰਦੀ ਰਹਿੰਦੀ ਆ। ਡਾਕਟਰ ਸਾਹਿਬ, ਉਹਦੇ ਨਾਲ ਸਾਨੂੰ ਦੱਸੋ ਕਿ ਜਿਹੜੇ ਆਪਰੇਸ਼ਨ ਤੁਹਾਡੇ ਕੋਲ ਹੈਗੇ ਆ, ਜਿੱਦਾਂ ਜਿਨ੍ਹਾਂ ਦੇ ਵਿੱਚ ਪੇਨਲੈਸ ਆਪਰੇਸ਼ਨਸ ਨੇ ਔਰ ਪੇਸ਼ੈਂਟ ਨੂੰ ਜਿਹੜਾ ਹੈਗਾ ਸਟੇ ਵੀ ਨਹੀਂ ਕਰਨੀ ਪੈਂਦੀ ਹਸਪੀਟਲ 'ਚ, ਉਹ ਕਿਹੜੇ ਆਪਰੇਸ਼ਨਸ ਨੇ? ਦੇਖੋ, ਮੇਰਾ ਜੋ ਆਪਰੇਟ ਕਰਨ ਦਾ ਤਰੀਕਾ ਹੈ, ਮੈਂ ਗ੍ਰੈਜੂਏਟ ਆਯੁਰਵੈਦਿਕ ਗ੍ਰੈਜੂਏਟ ਹਾਂ ਔਰ ਅਸੀਂ ਸ਼ਾਰ ਸੂਤਰ ਨਾਲ ਆਪਰੇਟ ਕਰਦੇ ਹਾਂ। ਸ਼ਾਰ ਸੂਤਰ ਇੱਕ ਮੈਡੀਕੇਟਡ ਥ੍ਰੈਡ ਹੁੰਦਾ ਹੈ ਔਰ ਉਸ ਦੇ ਉੱਪਰ ਉਹ ਸਾਨੂੰ ਖੁਦ ਸੈਲਫ ਪ੍ਰਪੇਅਰਡ ਹੁੰਦਾ ਹੈ। ਉਹਦੇ ਜੋ ਥ੍ਰੈਡ ਹੈ ਉਸ ਦੇ ਉੱਪਰ 3 ਤੋਂ 4 ਤਰ੍ਹਾਂ ਦੀ ਮੈਡੀਸਨ ਲੱਗਦੀ ਹੈ ਔਰ ਉਸ ਦੇ ਨਾਲ ਅਸੀਂ ਜੋ ਪਾਈਲਸ ਹੁੰਦਾ ਹੈ ਉਸ ਨੂੰ ਰੂਟ ਤੋਂ ਕੈਚ ਕਰਕੇ ਉਹਦੀ ਰੂਟ ਜੋ ਹੁੰਦੀ ਹੈ, ਉਹਦੀ ਬਲੱਡ ਸਪਲਾਈ ਹੈ, ਉਸ ਨੂੰ ਲਾਈਗੇਟ ਕਰ ਦਿੰਦੇ ਹਾਂ ਤਾਂ ਕਿ ਉਹ ਬਲੱਡ ਸਪਲਾਈ ਉਸ ਦੀ ਬੰਦ ਹੋ ਜਾਂਦੀ ਹੈ ਔਰ ਉਹ ਨੈਕਰੋਜ਼ ਹੋ ਕੇ ਸੁੱਕ ਕੇ ਗਿਰ ਜਾਂਦਾ ਹੈ। ਔਰ ਜਿੱਦਾਂ ਕਿ ਸ਼ਾਰ ਸੂਤਰ ਦਾ ਭਗੰਦਰ ਦੇ ਵਿੱਚ ਬਹੁਤ ਹੀ ਜ਼ਿਆਦਾ ਬੈਟਰ ਆਪਸ਼ਨ ਹੈ ਇਲਾਜ ਲਈ ਔਰ ਜ਼ਿਆਦਾ ਐਕਸਪੈਂਸਿਵ ਵੀ ਨਹੀਂ ਹੈ, ਪੋਕਟ ਫਰੈਂਡਲੀ ਆਪਾਂ ਇਸ ਨੂੰ ਟ੍ਰੀਟਮੈਂਟ ਕਹਿ ਸਕਦੇ ਹਾਂ, ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਔਰ ਰਿਜ਼ਲਟ ਵਾਈਜ਼ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਸ਼ਾਰ ਸੂਤਰ ਦੇ ਇਹਨਾਂ ਬਿਮਾਰੀਆਂ ਦੇ ਵਿੱਚ ਰਿਜ਼ਲਟ ਮਿਲਦੇ ਹਨ ਸਾਨੂੰ। ਦੇਖੋ, ਅੱਜ ਦਾ ਪ੍ਰੈਜ਼ੈਂਟ ਸਿਨੈਰੀਓ ਜਿਹਦੇ ਵਿੱਚ ਜਿੱਦਾਂ ਤੁਸੀਂ ਯੰਗ ਬਲੱਡਡ ਦੀ ਗੱਲ ਕਹੀ, ਉਹਨਾਂ ਨੂੰ ਤਾਂ ਕਦੇ ਬਵਾਸੀਰ ਪਤਾ ਨਹੀਂ ਹੁੰਦਾ ਸੀਗਾ। 50-60 ਸਾਲ ਤੋਂ ਬਾਅਦ 'ਚ ਲੋਕਾਂ ਨੂੰ ਬਵਾਸੀਰ ਦਾ ਪਤਾ ਲੱਗਦਾ ਸੀਗਾ। ਪਰ ਅੱਜ ਕੱਲ੍ਹ ਜਿੱਦਾਂ ਖਾਣ ਪਾਣ ਹੈਗਾ, ਜਿੱਦਾਂ ਜੰਕ ਫੂਡਸ ਹੈਗੇ ਆ, ਸਿਟਿੰਗ ਹੈਗੀ ਆ ਔਰ ਕਰੋਨਾ ਨੇ ਲੋਕਾਂ ਨੂੰ ਇੰਡੋਰ ਰੱਖਤਾ। ਬਿਲਕੁਲ। ਕੀ ਕਹਿਣਾ ਚਾਹੋਗੇ ਕਿ ਅੱਜ ਹੁਣ ਇਹ ਜਿਹੜੀ ਬਵਾਸੀਰ ਹੈਗੀ ਆ, ਕਿਵੇਂ ਪਤਾ ਲੱਗੇ ਬੰਦੇ ਨੂੰ ਬਵਾਸੀਰ ਹੈਗੀ ਆ? ਕਿਉਂਕਿ ਆਮ ਤੌਰ ਤੇ ਵਹਿਮੀ ਵੀ ਅਸੀਂ ਲੋਕ ਜਦੋਂ 50-55 ਸਾਲ ਟੱਪਦੇ ਆ ਤਾਂ ਸਾਨੂੰ ਵੈਸੇ ਲੱਗਣ ਲੱਗ ਜਾਂਦਾ ਬਵਾਸੀਰ। ਬਵਾਸੀਰ ਅਸਲ 'ਚ ਕੀ ਇਹ ਚੀਜ਼ ਹੈਗੀ ਹੈ? ਕਦੋਂ ਮਤਲਬ ਬੰਦੇ ਨੂੰ ਸੈਂਸੇਸ਼ਨ ਕੀ ਹੈਗੀ ਹੈ ਇਹਦੀਆਂ? ਕਈ ਵਾਰੀ ਵੈਸੇ ਬੈਠਣ 'ਚ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈਗੀ ਆ, ਉਹ ਵੀ ਉਹਨਾਂ ਨੂੰ ਲੱਗਣ ਲੱਗ ਜਾਂਦਾ ਬਵਾਸੀਰ। ਦੇਖੋ, ਇਸ ਦੇ ਵਿੱਚ ਤੁਹਾਡੇ 2 ਕੁਐਸਚਨ ਹੈ। ਮੈਂ ਪਹਿਲਾਂ ਯੰਗ ਵਾਲੀ ਗੱਲ ਕਰਾਂਗਾ। ਜੋ ਯੰਗ ਜਿੰਨੇ ਵੀ ਪੇਸ਼ੈਂਟ, ਜਿੰਨੇ ਵੀ ਯੰਗ ਬੱਚੇ ਹੁੰਦੇ ਆ 25-30 ਸਾਲ ਤੱਕ ਦੇ, ਉਹਨਾਂ ਨੂੰ ਜ਼ਿਆਦਾਤਰ ਜੋ ਚਾਂਸਿਸ ਹੁੰਦਾ ਹੈ ਇਸ ਬਿਮਾਰੀ ਦਾ ਹੋਣ ਦਾ, ਉਹ ਐਨਲ ਫਿਸ਼ਰ ਹੁੰਦਾ ਹੈ। ਮੋਸਟਲੀ 80% ਉਹਨਾਂ ਨੂੰ ਐਨਲ ਫਿਸ਼ਰ ਜੋ ਗੁੱਦਚੀਰ ਹੁੰਦੀ ਹੈ ਉਹ ਹੁੰਦੀ ਹੈ। ਉਸ ਦੇ ਵਿੱਚ ਸੀਵੀਅਰ ਪੇਨ, ਬਹੁਤ ਜ਼ਿਆਦਾ ਪੇਨ ਰਹੂਗਾ ਔਰ ਜੋ ਬਲੀਡਿੰਗ ਹੁੰਦੀ ਹੈ ਉਹ ਡ੍ਰੌਪ ਕਰਕੇ ਬੂੰਦ ਕਰਕੇ ਆਏਗੀ ਔਰ ਹਲਕਾ ਜਿਹਾ ਉਹਨਾਂ ਨੂੰ ਲੱਗਣਾ ਕਿ ਜਿੱਦਾਂ ਕੋਈ ਸਕਿਨ ਟੈਗ, ਜਿੱਦਾਂ ਜੋ ਐਨਲ ਰੀਜਨ ਹੁੰਦਾ ਹੈ ਉਸ ਦੇ ਉੱਪਰ ਕਿ ਸਕਿਨ ਦੀ ਗਰੋਥ ਹੋ ਚੁੱਕੀ ਹੈ ਔਰ ਬਹੁਤ ਹੀ ਜ਼ਿਆਦਾ ਦਰਦ ਵਾਲੀ ਕੰਡੀਸ਼ਨ ਹੁੰਦੀ ਹੈ। ਪੇਸ਼ੈਂਟ ਤੁਰੰਤ ਡਾਕਟਰ ਨੂੰ ਸਰਚ ਕਰਨਾ ਸਟਾਰਟ ਕਰ ਦਿੰਦਾ ਹੈ, ਇਹ ਵਾਲਾ ਪੇਸ਼ੈਂਟ ਹੈ ਜੋ। ਔਰ ਉਸ ਤੋਂ ਬਾਅਦ ਜਿੱਦਾਂ ਖਾਣ ਪੀਣ ਔਰ ਤੌਰ ਤਰੀਕੇ ਦੀ ਜੋ ਤੁਸੀਂ ਗੱਲ ਕੀਤੀ, ਉਸ ਦੇ ਬਾਰੇ ਮੈਂ ਇਹੀ ਕਹਾਂਗਾ ਕਿ ਜਿੱਦਾਂ ਵੀ ਜੋ ਵੀ ਆਪਣੇ ਵਧੀਆ ਵੱਡੇ ਸ਼ਹਿਰ ਨੇ, ਉੱਥੇ ਤਾਂ ਟ੍ਰੈਂਡ ਇਹ ਬਣ ਚੁੱਕਿਆ ਕਿ ਜਦੋਂ ਸ਼ਾਮ ਦੇ 5 ਤੇ 6 ਵੱਜਦੇ ਆ ਤਾਂ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਗੋਲ ਗੱਪੇ, ਸਮੋਸਾ, ਚਾਟ ਖਾਣ ਜਾਣਾ ਹੀ ਜਾਣਾ। ਉਹ ਤਾਂ ਇੱਕ ਤਾਂ ਹੈ ਉਹ ਬਹੁਤ ਹੀ ਜ਼ਿਆਦਾ ਬੈਡ ਹੈਬਿਟ ਔਰ ਉੱਪਰ ਦੀ ਉਹ ਤੁਸੀਂ ਖਾ ਵੀ ਈਵਨਿੰਗ ਨੂੰ ਰਹੇ ਹੋ। ਮੇਰੇ ਯਾਦ ਹੈ ਜਦੋਂ ਮੈਂ ਆਪਣਾ ਟ੍ਰੇਨਿੰਗ ਟਾਈਮ ਜਲੰਧਰ ਵਿੱਚ ਹੁੰਦਾ ਸੀ ਤਾਂ ਉੱਥੇ ਰੇਹੜੀਆਂ ਵਾਲੇ ਕੋਲ ਇੰਨਾ ਜ਼ਿਆਦਾ ਰਸ਼ ਹੁੰਦਾ ਸੀ ਕਿ ਉਹਨਾਂ ਨੂੰ ਟੋਕਨ ਕਟਵਾਉਣਾ ਪੈਂਦਾ ਸੀ। ਅਤੇ ਜਦੋਂ ਆਪਣਾ ਖਾਣ ਪੀਣ ਦੇ ਤੌਰ ਤਰੀਕੇ, ਫਰਾਈਡ ਆਈਟਮਸ, ਸਪਾਈਸੀ ਆਈਟਮਸ ਆਪਾਂ ਖਾਵਾਂਗੇ ਤਾਂ ਇਨ ਫਿਊਚਰ ਆਪਾਂ ਨੂੰ ਉਹ ਜੋ ਪ੍ਰੋਬਲਮ ਹੈ ਉਹਦਾ ਸਾਹਮਣਾ ਕਰਨਾ ਪੈਣਾ ਹੀ ਪੈਣਾ ਹੈ। ਵੈਸੇ ਤੁਸੀਂ ਬਹੁਤ ਵਧੀਆ ਹਸਪੀਟਲਸ, ਜਿੱਦਾਂ ਤੁਸੀਂ ਜਲੰਧਰ ਦੀ ਗੱਲ ਕੀਤੀ, ਟੈਗੋਰ ਹਸਪੀਟਲ, ਸੈਕਰਡ ਹਾਰਟ ਹਸਪੀਟਲ ਔਰ ਪਟੇਲ ਹਸਪੀਟਲ 'ਚ ਆਪਣੀਆਂ ਸੇਵਾਵਾਂ ਦਿੱਤੀਆਂ। ਕੀ ਕਹਿਣਾ ਚਾਹੋਗੇ ਕਿ ਕਰੋਨਾ ਦਾ ਜਿੱਦਾਂ ਐਪੀਡੈਮਿਕ ਸੀਗਾ, ਤੁਸੀਂ ਉਹਦੇ ਵਿੱਚ ਵੀ ਫਰੰਟ ਲਾਈਨ ਵੇਰੀਅਰ ਦੇ ਤੌਰ ਦੇ ਉੱਤੇ ਸੇਵਾਵਾਂ ਦਿੱਤੀਆਂ ਔਰ ਲੋਕਾਂ ਨੂੰ ਟ੍ਰੀਟ ਕੀਤਾ। ਲੋਕਾਂ ਨੂੰ ਕੇਵਲ ਇਹ ਨਹੀਂ ਹੈ ਕਿ ਤੁਸੀਂ MD ਕੀਤੀ ਹੈਗੀ ਆਯੁਰਵੇਦ ਦੀ ਤੇ ਤੁਸੀਂ ਇਕੱਲੇ ਬਵਾਸੀਰ ਦੇ ਡਾਕਟਰ ਹੋ। ਦਰਸ਼ਕੋ, ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਡਾਕਟਰ ਸਾਹਿਬ ਆਲਰਾਊਂਡਰ ਨੇ ਔਰ ਕਿਸੇ ਵੀ ਤਰ੍ਹਾਂ ਦਾ ਬੁਖਾਰ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਬਲਮ ਆ, ਡੇਂਗੂ ਦਾ ਹੁਣ ਸੀਜ਼ਨ ਚੱਲ ਰਿਹਾ ਹੈਗਾ, ਹੋਰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹਦੇ ਲਈ ਵੀ ਡਾਕਟਰ ਸਾਹਿਬ ਬੜਾ ਵਧੀਆ ਇਹਨਾਂ ਕੋਲ ਇਲਾਜ ਹੈਗਾ। ਸ਼ੂਗਰ ਦੀ ਗੱਲ ਕਰ ਲਈ ਆਪਾਂ, ਲਾਈਫ ਸਟਾਈਲ ਡਿਜ਼ੀਜ਼ ਦੀ ਹੋਰ ਦੀ ਗੱਲ ਕਰ ਲਈਏ, ਕਿਉਂਕਿ ਇਹਨਾਂ ਨੂੰ ਇੰਗਲਿਸ਼ ਵੀ ਦੇਖਿਆ ਹੋਇਆ ਇਹਨਾਂ ਨੇ ਤੇ ਆਯੁਰਵੇਦ ਵੀ। ਹੁਣ ਦੇਖੋ, ਆਯੁਰਵੇਦ ਤੇ ਇੰਗਲਿਸ਼ ਦਾ ਸਮੇਲ ਨੇ। ਕੀ ਕਹਿਣਾ ਚਾਹੋਗੇ ਸਰ?
ਦੇਖੋ ਓਬਵੀਅਸਲੀ ਜਦੋਂ ਅਸੀਂ ਗ੍ਰੈਜੂਏਸ਼ਨ ਕਰਦੇ ਹਾਂ ਤਾਂ ਉਸ ਦੇ ਵਿੱਚ ਜੋ ਵੀ ਸਾਰਾ ਸਾਡਾ ਸਿਲੇਬਸ ਹੁੰਦਾ ਹੈ ਤਾਂ ਸਾਰਾ ਕਵਰ ਹੁੰਦਾ, ਔਰ ਉਸ ਤੋਂ ਬਾਅਦ ਜੋ ਅੱਗੇ ਪੋਸਟ ਗ੍ਰੈਜੂਏਸ਼ਨ ਦੀ ਗੱਲ ਕਰੀਏ ਤਾਂ ਵੀ ਸਾਰਾ, ਤੇ ਬਟ ਜੋ ਇੱਕ ਸਪੈਸ਼ਲਾਈਜੇਸ਼ਨ ਹੁੰਦੀ ਹੈ ਉਹ ਫਿਰ ਏਰੀਏ ਦੇ ਹਿਸਾਬ ਨਾਲ ਲਗਾ ਲਓ। ਜਿੱਦਾਂ ਹੁਣ ਮੈਂ ਇੱਥੇ ਥੋੜ੍ਹਾ ਰਿਮੋਟ ਏਰੀਆ ਦੇ ਵਿੱਚ ਪ੍ਰੈਕਟਿਸ ਕਰਦਾ ਤਾਂ ਇੱਥੇ ਮੈਂ ਸਾਰੀ ਜੋ ਆਮ OPD ਹੈ ਉਹ ਵੀ ਇੱਥੇ ਦੇਖ ਰਿਹਾ, ਬਟ ਜੋ ਡਿਸਟ੍ਰਿਕਟ ਲੈਵਲ 'ਤੇ ਸੰਗਰੂਰ ਮੇਰਾ ਹੈਗਾ ਉੱਥੇ ਥੋੜ੍ਹਾ ਪਾਈਲਸ ਦਾ ਸਪੈਸ਼ਲਾਈਜੇਸ਼ਨ, ਇੱਥੇ ਡਬਲ ਸਪੈਸ਼ਲਾਈਜੇਸ਼ਨ ਹੈਗੀ ਮੇਰੇ ਕੋਲ ਪਾਈਲਸ ਦੇ ਆਪਰੇਸ਼ਨ ਦੇ ਵਿੱਚ, ਇੱਕ ਗੁਜਰਾਤ IPGT ਐਂਡ RA ਯੂਨੀਵਰਸਿਟੀ ਔਰ ਦੂਸਰਾ ਜੋਧਪੁਰ ਆਯੁਰਵੇਦ ਯੂਨੀਵਰਸਿਟੀ ਤੋਂ। ਬਟ ਇਹੀ ਹੈ ਕਿ ਜਿੰਨਾ ਤੱਕ ਆਪਾਂ ਕਿਸੇ ਵੀ ਬਿਮਾਰੀ ਨੂੰ ਲੈ ਕੇ ਥੋੜ੍ਹਾ ਗੰਭੀਰ ਔਰ ਜਾਗਰੂਕ ਨਹੀਂ ਹੋਵਾਂਗੇ ਤਾਂ ਆਪਾਂ ਨੂੰ ਕੋਈ ਵੀ ਸਮੱਸਿਆ ਬਾਰ-ਬਾਰ ਆਪਣੇ ਉੱਪਰ ਹਾਵੀ ਹੁੰਦੀ ਰਹੂਗੀ। ਅੰਦਰ ਕੀ ਕਹਿਣਾ ਚਾਹੋਗੇ ਕਿ ਆਮ ਤੌਰ ਤੇ ਲੇਡੀਜ਼ ਜਿਹੜੀਆਂ ਹੈਗੀਆਂ ਉਹ ਸ਼ਾਈ ਹੁੰਦੀਆਂ ਔਰ ਬਵਾਸੀਰ ਨੂੰ ਛੁਪਾ ਲੈਂਦੀਆਂ, ਜਿੱਦਾਂ ਤੁਸੀਂ ਕਿਹਾ ਕਿ ਪ੍ਰੈਗਨੈਂਸੀ ਦੇ ਟਾਈਮ, ਡਿਲੀਵਰੀ ਦੇ ਟਾਈਮ ਇਹ ਤਕਰੀਬਨ ਕਿਉਂਕਿ ਉਹਨਾਂ ਨੂੰ ਐਕਟੀਵਿਟੀਜ਼ ਬੜੀਆਂ ਘੱਟ ਜਾਂਦੀਆਂ ਹੈਗੀਆਂ ਔਰ ਪੰਜੀਰੀ ਦੇਤੀ ਹੋਰ ਦੇਤਾ ਉਹਨਾਂ ਨੇ ਮੋਟਾ ਮਤਲਬ ਖਾ ਕੇ ਚੀਜ਼ਾਂ ਔਰ ਇਹਦੇ ਚਾਂਸਿਸ ਜ਼ਿਆਦਾ ਹੁੰਦੇ। ਕੀ ਕਹਿਣਾ ਚਾਹੋਗੇ ਕਿ ਲੇਡੀਜ਼ ਨੂੰ ਅਗਰ ਉਹ ਪਹਿਲੀਆਂ ਸਟੇਜਾਂ ਦੇ ਕਿਉਂਕਿ ਇਹਦੀਆਂ ਬਵਾਸੀਰ ਦੀਆਂ ਸਟੇਜਿਸ ਨੇ ਕਿ ਪਹਿਲਾਂ ਅਗਲਾ ਸਟਾਰਟਿੰਗ ਤੇ ਅਗਰ ਫੜੀ ਜਾਵੇ ਤਾਂ ਦਵਾਈਆਂ ਦੇ ਨਾਲ ਹੀ ਠੀਕ ਹੋ ਜਾਂਦੀ ਹੈ, ਬਾਅਦ ਵਿੱਚ ਬੜੀ ਇਹ ਭਿਆਨਕ ਰੂਪ ਧਾਰਨ ਕਰਦੀ। ਹਾਂਜੀ ਦੇਖੋ, ਸ਼ਰਮ ਜੋ ਹੈ ਇਸ ਬਿਮਾਰੀ ਨੂੰ ਸ਼ਰਮ ਦੇ ਨਾਲ ਜਦੋਂ ਇਹ ਕੋਰਿਲੇਟ ਹੁੰਦਾ ਤਾਂ ਇਹ ਬਿਮਾਰੀ ਜ਼ਿਆਦਾ ਗੰਭੀਰ ਹੁੰਦੀ ਹੈ, ਬਿਲਕੁਲ ਹੁੰਦੀ ਹੈ, ਓਬਵੀਅਸਲੀ ਹੁੰਦੀ ਹੈ। ਅਤੇ ਹੁਣ ਇਸ ਦੇ ਵਿੱਚ ਜੋ ਮਾਤਾਵਾਂ ਭੈਣਾਂ ਹਨ ਉਹਨਾਂ ਦਾ ਕੀ ਹੈ ਕਿ ਜਦੋਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ, ਕੋਈ ਇਹ ਤਕਲੀਫ ਹੁੰਦੀ ਹੈ ਤਾਂ ਉਹ ਆਪਣਾ ਸ਼ਰਮੀਲਾ ਜੋ ਉਹਨਾਂ ਦਾ ਵਿਵਹਾਰ ਹੁੰਦਾ ਹੈ ਤਾਂ ਇਸ ਕਰਕੇ ਉਹ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਚਲੀ ਜਾਂਦੀ ਹੈ। ਅਤੇ ਦੇਖੋ ਡਾਕਟਰ ਦੇ ਹਿਸਾਬ ਨਾਲ ਬੋਡੀ ਹੁੰਦੀ ਹੈ, ਸਿਰਫ ਜੋ ਵੀ ਪੇਸ਼ੈਂਟ ਹੈ ਤਾਂ ਉਹ ਦੈਟ ਇਜ਼ ਬੋਡੀ, ਉਹਨਾਂ ਨੂੰ ਆਪਣਾ ਜੋ ਪ੍ਰੋਪਰ ਡਾਇਗਨੋਜ਼ ਕਰਵਾ ਕੇ ਛੋਟੀ ਸਟੇਜ ਦੇ ਉੱਪਰ ਜਦੋਂ ਡਾਇਗਨੋਜ਼ ਕਰਵਾਉਣਗੇ ਤਾਂ ਥੋੜ੍ਹਾ ਮੈਡੀਸਨ ਦੇ ਨਾਲ ਹੀ ਕਿਉਰ ਹੋ ਜਾਂਦਾ। ਬਟ ਜਦੋਂ ਉਹ ਹੁਣ ਸਾਡੇ ਕੋਲ OPD ਦੇ ਵਿੱਚ 35 40 ਸਾਲ ਤੋਂ ਮਾਤਾਵਾਂ ਇਸ ਰੋਗ ਤੋਂ ਗ੍ਰਸਤ ਹੁੰਦੀਆਂ ਹਨ ਔਰ ਉਹ ਕਹਿੰਦੇ ਨੇ ਕਿ ਅਸੀਂ ਬਸ ਸ਼ਰਮ ਦੇ ਕਰਕੇ ਇੱਕ, ਅਤੇ ਉਹ ਫਿਰ ਹੋਰ ਜ਼ਿਆਦਾ ਅਗਰੈਸ਼ਨ 'ਚ ਆ ਜਾਂਦੀ ਹੈ ਬਿਮਾਰੀ। ਜਦੋਂ ਅਗਰੈਸ਼ਨ ਦੇ ਵਿੱਚ ਬਿਮਾਰੀ ਹੋਊਗੀ ਤਾਂ ਫਿਰ ਆਪਾਂ ਨੂੰ ਡਾਕਟਰ ਸਾਹਿਬ ਦੇ ਕੋਲ ਹੀ ਤਾਂ ਜਾਣਾ ਪੈਣਾ। ਉਸ ਤੋਂ ਬਿਹਤਰ ਇਹ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਚੰਗੇ ਡਾਕਟਰ ਨੂੰ ਦਿਖਾ ਕੇ ਉਹਨਾਂ ਦੀ ਸਲਾਹ ਲਓ ਔਰ ਆਪਣੀ ਬਿਮਾਰੀ ਤੋਂ ਛੁਟਕਾਰਾ ਪਾਓ। ਵੈਸੇ ਤੁਹਾਡੇ ਕੋਲ ਨਾਲ ਦੀ ਨਾਲ ਜਿਹੜੇ ਹੈਗੇ ਆ ਲੇਡੀ ਡਾਕਟਰ ਆ ਉਹ ਵੀ ਅਵੇਲੇਬਲ ਨੇ ਔਰ ਭੈਣਾਂ ਨੂੰ ਥੋੜ੍ਹਾ ਜਿਹਾ ਜਿੱਦਾਂ ਸ਼ਾਈ ਹੁੰਦੀ ਆ ਲੇਡੀਜ਼ ਦਾ ਜੈਂਟਸ, ਕੀ ਕਹਿਣਾ ਚਾਹੋਗੇ ਕਿ ਤੁਹਾਡੇ ਕੋਲ ਲੇਡੀ ਡਾਕਟਰ ਵੀ ਅਵੇਲੇਬਲ ਨੇ ਔਰ ਤੁਹਾਡੇ ਕੋਲ ਸਟਾਫ ਵੀ ਨਰਸਿੰਗ ਹੈਗਾ ਲੜਕੀਆਂ ਦਾ, ਕੀ ਕਹਿਣਾ ਚਾਹੋਗੇ ਕਿ ਹਰ ਤਰ੍ਹਾਂ ਦੀ ਫੈਸਿਲਿਟੀ ਹੈ? ਜੇ ਕਿਸੇ ਨੇ ਲੇਡੀਜ਼ ਨੇ ਵੀ ਬਵਾਸੀਰ ਦਾ ਆਪਰੇਸ਼ਨ ਕਰਾਉਣਾ ਤਾਂ ਤੁਹਾਡੀ ਵਾਈਫ ਵੀ ਨਾਲ ਅਟੈਚ ਹੈਗੀ ਆ, ਉਹ ਵੀ ਪੂਰਾ ਇਸ ਚੀਜ਼ ਦੀ ਗਿਆਤਾ? ਹਾਂਜੀ ਬਿਲਕੁਲ, ਮੇਰੇ ਜੋ ਧਰਮ ਪਤਨੀ ਹਨ ਉਹ MS ਸ਼ਲਿਆ ਤੰਤਰ ਦੇ ਵਿੱਚ ਨੇ, MS ਸਰਜਰੀ ਜੋ ਆਯੁਰਵੈਦਿਕ ਉਹ ਸਰਜਨ ਨੇ ਔਰ ਬਹੁਤ ਹੀ ਵਧੀਆ ਉਹ ਟਰੀਟਮੈਂਟ ਕਰਦੇ ਹੈਗੇ। ਇਹ ਜਿੱਦਾਂ ਕਿ ਹੁਣ ਜੋ ਆਪਾਂ ਏਰੀਆ ਵਾਈਜ਼ ਗੱਲ ਕਰੀਏ, ਜਿੱਦਾਂ ਕਿ ਜੋ ਸਾਡਾ ਆਪਣਾ ਮਾਲਵਾ ਖੇਤਰ ਹੈ, ਫਸਟ MS ਸ਼ਲਿਆ ਤੰਤਰ ਜੋ ਮੇਰੇ ਵਾਈਫ ਨੇਗੇ, ਅਤੇ ਉਹਨਾਂ ਦੀ ਜੋ ਪੋਸਟ ਗ੍ਰੈਜੂਏਸ਼ਨ ਹੈ ਉਹ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਆਯੁਰਵੇਦ ਯੂਨੀਵਰਸਿਟੀ ਜੋਧਪੁਰ ਤੋਂ ਉਹ ਪੋਸਟ ਗ੍ਰੈਜੂਏਟ ਨੇ ਔਰ ਕੋਈ ਪ੍ਰੋਬਲਮ ਨਹੀਂ ਆਉਂਦੀ, ਬਹੁਤ ਹੀ ਜ਼ਿਆਦਾ ਸੁਲਝੇ ਹੋਏ ਔਰ ਵਧੀਆ ਇਲਾਜ ਕਰਦੇ ਨੇ। ਵੈਸੇ ਅਸੀਂ ਇਸ ਬਿਮਾਰੀ ਦੇ ਗ੍ਰਸਤ ਨਾ ਹੋਈਏ, ਕੀ ਕਰਨਾ ਚਾਹੀਦਾ? ਇੱਕ ਆਮ ਆਦਮੀ ਨੂੰ ਕਿੱਦਾਂ ਦਾ ਲਾਈਫ ਸਟਾਈਲ ਚੂਜ਼ ਕਰਨਾ ਚਾਹੀਦਾ ਵੀ ਜਿਹਦੇ ਨਾਲ ਉਹਨਾਂ ਨੂੰ ਇਹ ਬਿਮਾਰੀ ਤੋਂ ਨਿਜਾਤ ਪਾਉਣ? ਹਾਂਜੀ, ਇਹ ਵੀ ਤੁਹਾਡਾ ਕੁਐਸਚਨ ਬਹੁਤ ਹੀ ਜ਼ਿਆਦਾ ਵਧੀਆ ਹੈ ਔਰ ਸਰੋਤੇ ਇਸ ਦਾ ਬਹੁਤ ਹੀ ਜ਼ਿਆਦਾ ਲਾਭ ਉਠਾਉਣਗੇ। ਕੋਈ ਵੀ ਪੇਸ਼ੈਂਟ ਜੋ ਬਵਾਸੀਰ ਤੋਂ ਗ੍ਰਸਤ ਨਹੀਂ ਹੋਣਾ ਚਾਹੁੰਦਾ ਜਾਂ ਫਿਰ ਉਹ ਗ੍ਰਸਤ ਹਨ ਤਾਂ ਉਹ ਕੀ ਇਹੋ ਜਿਹੇ ਉਪਾਅ ਕਰਨ? ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਜੋ ਲਾਈਫ ਸਟਾਈਲ ਹੈ ਉਹ ਥੋੜ੍ਹਾ ਚੇਂਜ ਕਰਨਾ ਪੈਣਾ। ਜਿੱਦਾਂ ਸੁਬਾਹ ਉੱਠ ਕੇ ਯੋਗਾ ਅਤੇ ਪ੍ਰਾਣਾਯਾਮ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਹਰ ਕਿਸੇ ਬਿਮਾਰੀ ਲਈ, ਔਰ ਵਾਕਿੰਗ ਕਰੋ। ਉਸ ਤੋਂ ਬਾਅਦ ਆਪਣਾ ਜਿੱਦਾਂ ਜ਼ਿਆਦਾ ਦੁਕਾਨਦਾਰ ਵੀਰ ਹੁੰਦੇ ਹਨ ਕਿ ਸਿਟਿੰਗ ਜੋਬ ਹੁੰਦੀ ਹੈ, ਉਹਨਾਂ ਦੀ ਡਾਈਟ ਉਹਨਾਂ ਦੀ ਬਹੁਤ ਵਧੀਆ ਹੁੰਦੀ ਹੈ, ਬਟ ਜੋ ਐਫਰਟ ਹੈ ਫਿਜ਼ੀਕਲ ਐਫਰਟ ਉਹ ਬਹੁਤ ਹੀ ਜ਼ਿਆਦਾ ਲੈਸ ਹੁੰਦੀ ਹੈ। ਫਿਜ਼ੀਕਲ ਐਫਰਟ ਨੂੰ ਵਧਾਉਣਾ ਚਾਹੀਦਾ ਹੈ ਆਪਾਂ ਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ। ਔਰ ਉਸ ਤੋਂ ਬਾਅਦ ਜੋ ਤੁਸੀਂ ਰਾਤ ਦਾ ਭੋਜਨ ਕਰਨਾ ਹੈ ਉਹ ਤੁਸੀਂ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ ਤਾਂ ਕਿ ਉਹਨੂੰ ਡਾਈਜੈਸ਼ਨ ਦੇ ਵਿੱਚ ਪ੍ਰੋਪਰ ਹੈਲਪ ਮਿਲ ਸਕੇ। ਔਰ ਫਾਸਟ ਫੂਡ, ਜੰਕ ਫੂਡ, ਬ੍ਰੈਡ, ਬਿਸਕੁਟ, ਬੇਕਰੀ ਦੇ ਜੋ ਵੀ ਪ੍ਰੋਡਕਟ ਨੇ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਕਿਸੇ ਵੀ ਹੈਲਦੀ ਪਰਸਨ ਨੂੰ ਵੀ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਔਰ ਜੋ ਜਿੱਦਾਂ ਕਿ ਟ੍ਰੈਂਡ ਬਣਿਆ ਹੋਇਆ ਮੈਂ ਦੱਸਿਆ ਤੁਹਾਨੂੰ ਕਿ ਜਿੱਦਾਂ ਲੋਕੀ ਬਾਹਰ ਚਲੇ ਜਾਂਦੇ ਆ ਘੁੰਮਣ ਫਿਰਨ ਕਿ ਉੱਥੇ ਆਪਾਂ ਫਾਸਟ ਫੂਡ ਹੀ ਖਾਣਾ ਹੁੰਦਾ ਹੈ, ਤਾਂ ਇਹ ਟ੍ਰੈਂਡ ਬਹੁਤ ਹੀ ਜ਼ਿਆਦਾ ਗਲਤ ਹੈ। ਇਕੱਲੀ ਬਵਾਸੀਰ ਹੀ ਨਹੀਂ, ਜੇਕਰ ਤੁਹਾਡਾ ਲਾਈਫ ਸਟਾਈਲ ਸਹੀ ਨਹੀਂ ਹੈ ਤਾਂ ਤੁਸੀਂ ਬਹੁਤ ਹੀ ਸਾਰੀਆਂ ਬਿਮਾਰੀਆਂ ਨੂੰ ਆਪਣੇ ਵੱਲ ਆਉਣ ਦਾ ਸੱਦਾ ਦੇ ਰਹੇ ਹੋ। ਦਰਸ਼ਕੋ, ਆਪਾਂ ਬਣੇ ਹੋਏ ਹਾਂ ਡਾਕਟਰ ਕਰਨਵੀਰ ਜੀ ਦੇ ਨਾਲ, ਜਿਹੜੇ ਕਿ ਬਵਾਸੀਰ ਦੇ ਮਾਹਰ ਨੇ, ਆਪਰੇਸ਼ਨਾਂ ਦੇ ਮਾਹਰ ਨੇ, ਔਰ ਇੱਕ ਥ੍ਰੈਡ ਦੇ ਨਾਲ ਕਰਦੇ ਨੇ। ਡੇ ਕੇਅਰ ਸਰਜਰੀ ਹੈਗੀ ਆ, ਵਾਈਫ ਵੀ ਇਹਨਾਂ ਦੇ ਨਾਲ ਇੰਟੈਂਗਲ ਹੈਗੀ ਆ। ਕੋਈ ਵੀ ਤੁਹਾਨੂੰ ਪ੍ਰੋਬਲਮ ਹੁੰਦੀ ਆ ਬਵਾਸੀਰ ਦੀ, ਤੁਹਾਨੂੰ ਲੱਗਦਾ ਵੀ ਆ, ਤਾਂ ਤੁਸੀਂ ਇਹਨਾਂ ਡਾਕਟਰ ਸਾਹਿਬ ਦਾ ਨੰਬਰ ਵੀ ਚੱਲ ਰਿਹਾ, ਅਪਾਇੰਟਮੈਂਟ ਲੈ ਕੇ ਤੁਸੀਂ ਇਹਨਾਂ ਨਾਲ ਮਿਲ ਸਕਦੇ ਹੋ। ਡਾਕਟਰ ਸਾਹਿਬ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।